ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਰੋਜ਼ ਗੁਰੂ ਘਰ ਜਾਂਦੇ ਹਾਂ। ਉੱਥੇ ਜਾ ਕੇ ਧਿਆਨ ਸਿਮਰਨ ਅਤੇ ਸੇਵਾ ਵੀ ਕਰਦੇ ਹਾਂ। ਪਰ ਸੰਗਤ ਜੀ, ਅਸੀਂ ਗੁਰੂ ਘਰ ਜਾ ਕੇ ਸੇਵਾ ਐਦਾਂ ਕਰਦੇ ਹਾਂ ਜਿਵੇਂ ਸੇਵਾ ਕਰਕੇ ਅਸੀਂ ਕਿਸੇ ਉੱਤੇ ਕੋਈ ਅਹਿਸਾਨ ਕਰਦੇ ਹਾਂ। ਪਰ ਅਸੀਂ ਭੁੱਲ ਜਾਂਦੇ ਹਾਂ ਕਿ ਭਾਵੇਂ ਅਸੀਂ ਸੇਵਾ ਦੂਜਿਆਂ ਦੀ ਕਰਦੇ ਹਾਂ, ਪਰ ਮਾੜੇ ਕਰਮ ਤਾਂ ਸਾਡੇ ਹੀ ਖਤਮ ਹੋ ਰਹੇ ਹੁੰਦੇ ਹਨ। ਭਲਾ ਤਾਂ ਸਾਡਾ ਹੀ ਹੋ ਰਿਹਾ ਹੁੰਦਾ ਹੈ। ਇਸ ਲਈ ਸੰਗਤ ਜੀ, ਸਾਨੂੰ ਹਮੇਸ਼ਾ ਨਿਸ਼ਕਾਮ ਭਾਵਨਾ ਨਾਲ ਅਤੇ ਬਿਨਾਂ ਕਿਸੇ ਫਲ ਦੀ ਇੱਛਾ ਦੇ ਹੀ ਸੇਵਾ ਕਰਨੀ ਚਾਹੀਦੀ ਹੈ। ਅਤੇ ਸੇਵਾ ਨੂੰ ਸੇਵਾ ਨਹੀਂ ਬਲਕਿ ਆਪਣੀ ਜ਼ਿੰਮੇਵਾਰੀ ਅਤੇ ਆਪਣਾ ਫਰਜ਼ ਸਮਝਣਾ ਚਾਹੀਦਾ ਹੈ, ਕਿਉਂਕਿ ਉਸੇ ਸੇਵਾ ਨੂੰ ਕਰਨ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਸਾਡੇ ਅੰਦਰ ਨਿਮਰਤਾ ਵੀ ਆਉਂਦੀ ਹੈ, ਜਿਸ ਨਾਲ ਸਾਨੂੰ ਮਾੜੇ ਵਿਕਾਰਾਂ ਤੋਂ ਛੁਟਕਾਰਾ ਵੀ ਮਿਲਦਾ ਹੈ। ਇਸ ਲਈ ਸੰਗਤ ਜੀ, ਗੁਰੂ ਘਰ ਨੂੰ ਆਪਣਾ ਘਰ ਸਮਝ ਕੇ ਸੇਵਾ ਕਰਨੀ ਚਾਹੀਦੀ ਹੈ ਅਤੇ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ। ਅੱਜ ਦੀ ਇਸ ਸਾਖੀ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਨਿਸ਼ਕਾਮ ਭਾਵਨਾ ਨਾਲ ਕੀਤੀ ਗਈ ਸੇਵਾ ਦਾ ਕੀ ਫਲ ਮਿਲਦਾ ਹੈ ਅਤੇ ਕਿਵੇਂ ਸਾਡੇ ਗੁਰੂ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਦੇ ਹਨ। ਜੇਕਰ ਤੁਸੀਂ ਇਸ ਦਾ ਪਤਾ ਕਰਨਾ ਚਾਹੁੰਦੇ ਹੋ ਤਾਂ ਇਸ ਸਾਖੀ ਨੂੰ ਪੂਰਾ ਜ਼ਰੂਰ ਸੁਣਿਓ। ਪੁਰਾਣੇ ਸਮੇਂ ਦੀ ਗੱਲ ਹੈ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਜਦੋਂ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਜੀ ਦੀ ਸੇਵਾ ਚੱਲ ਰਹੀ ਸੀ, ਉਸ ਵੇਲੇ ਸੰਗਤ ਬੜੇ ਪਿਆਰ ਨਾਲ ਸੇਵਾ ਕਰ ਰਹੀ ਸੀ। ਸ੍ਰੀ ਗੁਰੂ ਰਾਮਦਾਸ ਜੀ ਰੋਜ਼ ਉਸ ਸੰਗਤ ਨੂੰ ਸੇਵਾ ਕਰਦੇ ਦੇਖਦੇ ਸੀ। ਉਸ ਸੰਗਤ ਵਿੱਚ ਉਸ ਵੇਲੇ ਦਾ ਰਾਜਾ ਵੀ ਸੇਵਾ ਕਰਨ ਆਉਂਦਾ ਸੀ। ਉਹ ਰਾਜਾ ਰੋਜ਼ ਸਵੇਰੇ ਆਉਂਦਾ ਤੇ ਸ਼ਾਮ ਤੱਕ ਸੇਵਾ ਕਰਦਾ ਸੀ। ਰਾਜਾ ਬੜੇ ਪਿਆਰ ਨਾਲ ਸੇਵਾ ਕਰਦਾ ਸੀ। ਜਦੋਂ ਰਾਜਾ ਸੇਵਾ ਕਰਦਾ ਸੀ ਤਾਂ ਗੁਰੂ ਸਾਹਿਬ ਜੀ ਉਸ ਨੂੰ ਵੇਖ ਕੇ ਥੋੜਾ ਮੁਸਕਰਾਉਂਦੇ ਰਹਿੰਦੇ। ਪਹਿਲਾਂ ਤਾਂ ਰਾਜੇ ਦਾ ਧਿਆਨ ਇਸ ਵੱਲ ਨਹੀਂ ਗਿਆ, ਪਰ ਜਦੋਂ ਰੋਜ਼ ਐਦਾਂ ਹੋਣ ਲੱਗਾ ਤਾਂ ਰਾਜੇ ਕੋਲੋਂ ਰਹਿ ਨਾ ਹੋਇਆ ਤਾਂ ਉਹ ਗੁਰੂ ਸਾਹਿਬ ਕੋਲ ਚਲਾ ਗਿਆ। ਗੁਰੂ ਸਾਹਿਬ ਕੋਲ ਜਾ ਕੇ ਰਾਜੇ ਨੇ ਮੱਥਾ ਟੇਕਿਆ ਅਤੇ ਬੜੇ ਪਿਆਰ ਨਾਲ ਪੁੱਛਿਆ ਕਿ ਹੇ ਪਾਤਸ਼ਾਹ ਜੀ, ਮੈਂ ਕੁਝ ਦਿਨਾਂ ਤੋਂ ਵੇਖ ਰਿਹਾ ਹਾਂ ਕਿ ਜਦੋਂ ਵੀ ਮੈਂ ਸੇਵਾ ਕਰ ਰਿਹਾ ਹੁੰਦਾ ਹਾਂ, ਤੁਸੀਂ ਮੈਨੂੰ ਵੇਖ ਕੇ ਮੁਸਕਰਾਉਣ ਲੱਗ ਜਾਂਦੇ ਹੋ। ਇਸ ਗੱਲ ਵਿੱਚ ਕੀ ਭੇਤ ਹੈ? ਗੁਰੂ ਪਾਤਸ਼ਾਹ ਜੀ ਨੇ ਰਾਜੇ ਵੱਲ ਬੜੇ ਪਿਆਰ ਨਾਲ ਵੇਖਿਆ ਅਤੇ ਕਿਹਾ ਕਿ ਰਾਜਾ, ਅਸੀਂ ਤੈਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਂਦੇ ਹਾਂ। ਉਸ ਦੇ ਬਾਅਦ ਤੂੰ ਸਭ ਸਮਝ ਜਾਵੇਂਗਾ। ਬਹੁਤ ਪੁਰਾਣੀ ਸਮੇਂ ਦੀ ਗੱਲ ਹੈ। ਇਸੇ ਤਰ੍ਹਾਂ ਸੰਗਤ ਪ੍ਰੇਮ ਪਿਆਰ ਨਾਲ ਸੇਵਾ ਕਰ ਰਹੀ ਸੀ। ਉਸ ਸੇਵਾ ਵਿੱਚ ਕੁਝ ਦਿਹਾੜੀਆਂ ਵਾਲੇ ਮਜ਼ਦੂਰ ਵੀ ਸਨ, ਜੋ ਰੋਜ਼ ਦੀ ਦਿਹਾੜੀ ਤੇ ਕੰਮ ਕਰਦੇ ਸੀ ਅਤੇ ਰੋਜ਼ਾਨਾ ਕੰਮ ਖਤਮ ਹੋਣ ਤੇ ਆਪਣੀ ਮਜ਼ਦੂਰੀ ਲੈ ਲੈਂਦੇ ਸਨ। ਜਿਹੜੀ ਸੰਗਤ ਨਿਸ਼ਕਾਮ ਸੇਵਾ ਕਰਦੀ ਸੀ, ਉਹਨਾਂ ਸੰਗਤਾਂ ਨੂੰ ਗੁਰੂ ਪਾਤਸ਼ਾਹ ਜੀ ਸ਼ਾਮ ਨੂੰ ਦਰਸ਼ਨ ਦਿੰਦੇ ਸਨ ਅਤੇ ਨਾਲ ਪ੍ਰਸ਼ਾਦ ਵੀ ਮਿਲਦਾ ਸੀ। ਇੱਕ ਦਿਨ ਉਸ ਦਿਹਾੜੀਦਾਰ ਮਨੁੱਖ ਨੇ ਸੋਚਿਆ ਕਿ ਕਿਉਂ ਨਾ ਅੱਜ ਮੈਂ ਬਿਨਾਂ ਕਿਸੇ ਮਜ਼ਦੂਰੀ ਲਏ ਨਿਸ਼ਕਾਮ ਸੇਵਾ ਕਰਾਂ। ਉਸ ਮਜ਼ਦੂਰ ਨੇ ਇਹ ਗੱਲ ਆਪਣੇ ਪਰਿਵਾਰ ਨੂੰ ਦੱਸੀ। ਉਸ ਦੇ ਪਰਿਵਾਰ ਨੇ ਕਿਹਾ, ਕੋਈ ਗੱਲ ਨਹੀਂ, ਤੁਸੀਂ ਸੇਵਾ ਲਈ ਜਾਓ। ਇੱਕ ਦਿਨ ਅਸੀਂ ਮਜ਼ਦੂਰੀ ਨਹੀਂ ਲਵਾਂਗੇ, ਭੁੱਖੇ ਰਹਿ ਲਵਾਂਗੇ, ਪਰ ਇੱਕ ਦਿਨ ਨਿਸ਼ਕਾਮ ਸੇਵਾ ਜ਼ਰੂਰ ਕਰਾਂਗੇ। ਮਜ਼ਦੂਰ ਦਿਹਾੜੀ ਕਰਕੇ ਜੋ ਵੀ ਕਮਾਉਂਦਾ ਸੀ, ਉਸ ਨਾਲ ਉਸ ਦਾ ਘਰ ਚੱਲਦਾ ਸੀ। ਇਹ ਸਾਰੀ ਗੱਲ ਦੱਸ ਕੇ ਗੁਰੂ ਸਾਹਿਬ ਜੀ ਚੁੱਪ ਹੋ ਗਏ। ਇਹ ਸਭ ਸੁਣ ਕੇ ਰਾਜਾ ਸੋਚਾਂ ਵਿੱਚ ਪੈ ਗਿਆ ਅਤੇ ਉਸਨੇ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ ਅਰਦਾਸ ਕੀਤੀ, ਤੁਸੀਂ ਜੋ ਮੈਨੂੰ ਸਾਖੀ ਸੁਣਾਈ ਹੈ ਉਹ ਹੈ ਤਾਂ ਬਹੁਤ ਵਧੀਆ ਸੀ, ਪਰ ਮੈਨੂੰ ਅਜੇ ਤੱਕ ਇਹ ਸਮਝ ਵਿੱਚ ਨਹੀਂ ਆਇਆ ਕਿ ਤੁਸੀਂ ਮੈਨੂੰ ਵੇਖ ਕੇ ਰੋਜ਼ ਮੁਸਕਰਾਉਂਦੇ ਕਿਉਂ ਹੋ। ਇਸ ਦਾ ਕੀ ਭੇਤ ਹੈ? ਗੁਰੂ ਪਾਤਸ਼ਾਹ ਜੀ ਨੇ ਫਿਰ ਮੁਸਕਰਾਉਂਦੇ ਹੋਏ ਉਸ ਨੂੰ ਜਵਾਬ ਦਿੱਤਾ, ਉਹ ਰਾਜਿਆ, ਪਿਛਲੇ ਜਨਮ ਵਿੱਚ ਉਹ ਮਜ਼ਦੂਰ ਤੂੰ ਹੀ ਸੀ। ਗੁਰੂ ਪਾਤਸ਼ਾਹ ਜੀ ਦੀ ਇਹ ਗੱਲ ਸੁਣ ਕੇ ਰਾਜਾ ਇੱਕਦਮ ਸੁੰਨ ਹੋ ਗਿਆ ਕਿ ਉਸ ਇੱਕ ਦਿਨ ਦੀ ਕੀਤੀ ਸੇਵਾ ਦਾ ਫਲ ਮੈਨੂੰ ਇਸ ਤਰ੍ਹਾਂ ਮਿਲਿਆ ਹੈ ਕਿ ਇਸ ਜਨਮ ਵਿੱਚ ਮੈਨੂੰ ਰਾਜੇ ਦਾ ਜਨਮ ਮਿਲਿਆ ਹੈ। ਰਾਜੇ ਨੂੰ ਕੁਝ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਉਹ ਗੁਰੂ ਪਾਤਸ਼ਾਹ ਜੀ ਨਾਲ ਕੀ ਬੋਲੇ। ਤਾਂ ਫਿਰ ਉਹ ਦੋਵੇਂ ਹੱਥ ਜੋੜ ਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਢਹਿ ਪਿਆ ਅਤੇ ਵਾਹਿਗੁਰੂ ਵਾਹਿਗੁਰੂ ਜਪਣ ਲੱਗਾ। ਗੁਰੂ ਪਾਤਸ਼ਾਹ ਜੀ ਨੇ ਕਿਹਾ, ਰਾਜਿਆ, ਸੇਵਾ ਦਾ ਫਲ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਹੈ। ਸੇਵਾ ਕਦੇ ਵੀ ਵਿਅਰਥ ਨਹੀਂ ਜਾਂਦੀ। ਸੇਵਾ ਚਾਹੇ ਜ਼ਿਆਦਾ ਕੀਤੀ ਹੋਵੇ ਚਾਹੇ ਘੱਟ, ਜੋ ਅਸੀਂ ਨਿਸ਼ਕਾਮ ਭਾਵਨਾ ਨਾਲ ਕਰਦੇ ਹਾਂ ਉਹੀ ਸੇਵਾ ਸਾਡੇ ਲੇਖੇ ਵਿੱਚ ਲਿਖੀ ਜਾਂਦੀ ਹੈ ਅਤੇ ਉਸ ਦਾ ਫਲ ਸਾਨੂੰ ਜ਼ਰੂਰ ਮਿਲਦਾ ਹੈ। ਇਸ ਸੇਵਾ ਦਾ ਫਲ ਕਦੇ ਵੀ ਵਿਅਰਥ ਨਹੀਂ ਜਾਂਦਾ ਹੈ। ਇਸ ਲਈ ਰਾਜਨ, ਜਦੋਂ ਵੀ ਸੇਵਾ ਕਰੋ, ਨਿਸ਼ਕਾਮ ਭਾਵਨਾ ਅਤੇ ਨਿਮਰਤਾ ਨਾਲ ਕਰੋ, ਤਾਂ ਉਹ ਸੇਵਾ ਮਾਲਕ ਪਰਮਾਤਮਾ ਦੇ ਦਰਬਾਰ ਵਿੱਚ ਪ੍ਰਵਾਨ ਹੋ ਸਕੇਗੀ। ਸੰਗਤ ਜੀ, ਇਸ ਬਹੁਮੁੱਲੀ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਸੇਵਾ ਕਦੇ ਵੀ ਕਿਸੇ ਵੀ ਫਲ ਦੀ ਇੱਛਾ ਲਈ ਨਹੀਂ ਕਰਨੀ ਚਾਹੀਦੀ,
ਕਿਉਂਕਿ ਜੋ ਸੇਵਾ ਫਲ ਦੀ ਇੱਛਾ ਲਈ ਕੀਤੀ ਜਾਂਦੀ ਹੈ ਉਸ ਦਾ ਕੋਈ ਫਾਇਦਾ ਨਹੀਂ ਹੁੰਦਾ। ਉਹ ਸੇਵਾ ਤਾਂ ਬਿਲਕੁਲ ਵਿਅਰਥ ਹੀ ਜਾਂਦੀ ਹੈ, ਕਿਉਂਕਿ ਕਿਸੇ ਦੀ ਮਦਦ ਅਤੇ ਗੁਰੂ ਘਰ ਵਿੱਚ ਸੇਵਾ ਅਸੀਂ ਆਪਣੇ ਲਈ ਕਰਦੇ ਹਾਂ। ਜੇਕਰ ਅਸੀਂ ਫਲ ਦੀ ਇੱਛਾ ਲੈ ਕੇ ਸੇਵਾ ਕਰਾਂਗੇ ਤਾਂ ਫਿਰ ਉਹ ਸੇਵਾ ਦਾ ਕੀ ਫਾਇਦਾ। ਪਰਮਾਤਮਾ ਵਾਹਿਗੁਰੂ ਜੀ ਦੀ ਨਜ਼ਰ ਹਮੇਸ਼ਾ ਸਾਡੇ ਉੱਤੇ ਰਹਿੰਦੀ ਹੈ ਅਤੇ ਉਹਨਾਂ ਨੇ ਪਤਾ ਨਹੀਂ ਕੀ ਦਾਤਾਂ ਸਾਡੇ ਲਈ ਸੋਚ ਕੇ ਰੱਖੀਆਂ ਹੁੰਦੀਆਂ ਹਨ। ਪਰ ਜਦੋਂ ਅਸੀਂ ਸੇਵਾ ਦਾ ਫਲ ਮੰਗਣ ਲੱਗ ਜਾਂਦੇ ਹਾਂ ਤਾਂ ਪਾਤਸ਼ਾਹ ਵਾਹਿਗੁਰੂ ਜੀ ਦੇ ਸੱਚਖੰਡ ਵਿੱਚ ਉਹ ਸੇਵਾ ਕਦੇ ਵੀ ਪ੍ਰਵਾਨ ਨਹੀਂ ਹੁੰਦੀ। ਇਸ ਲਈ ਜਦ ਵੀ ਸੇਵਾ ਕਰੋ ਪੂਰੇ ਮਨ ਨਾਲ ਅਤੇ ਫਲ ਦੀ ਇੱਛਾ ਤੋਂ ਬਗੈਰ ਕਰੋ। ਸੰਗਤ ਜੀ, ਅਸੀਂ ਪਤਾ ਨਹੀਂ ਕਿੰਨੇ ਜਨਮਾਂ ਤੋਂ ਇਸ ਸੰਸਾਰ ਤੇ ਭਟਕ ਰਹੇ ਹਾਂ ਅਤੇ ਪਤਾ ਨਹੀਂ ਕਿੰਨੇ ਦੁੱਖ ਸਹਿੰਦੇ ਪਏ ਹਾਂ। ਹੁਣ ਵਾਹਿਗੁਰੂ ਜੀ ਨੇ ਜੋ ਸਾਨੂੰ ਇਹ ਬਹੁਮੁੱਲਾ ਮੌਕਾ ਦਿੱਤਾ ਹੈ ਕਿ ਸਾਨੂੰ ਇਸ ਮੌਕੇ ਦਾ ਫਾਇਦਾ ਚੁੱਕਣਾ ਚਾਹੀਦਾ ਹੈ ਅਤੇ ਜਿੰਨਾ ਜ਼ਿਆਦਾ ਹੋ ਸਕੇ ਓਨੀ ਜ਼ਿਆਦਾ ਸੇਵਾ ਕਰਨੀ ਚਾਹੀਦੀ ਹੈ ਤਾਂ ਸਾਨੂੰ ਵਾਪਸ ਇਸ ਦੁਨੀਆ ਵਿੱਚ ਨਾ ਆਉਣਾ ਪਵੇ। ਸੰਗਤ ਜੀ, ਜੇਕਰ ਅਸੀਂ ਆਪਣਾ ਕੰਮ ਜ਼ਿੰਮੇਵਾਰੀ ਨਾਲ ਕਰਾਂਗੇ ਅਤੇ ਬਿਨਾਂ ਨਾਗਾ ਧਿਆਨ ਸਿਮਰਨ ਵਿੱਚ ਬੈਠਾਂਗੇ, ਵਾਹਿਗੁਰੂ ਜੀ ਦੇ ਹੁਕਮ ਵਿੱਚ ਰਹਾਂਗੇ ਤਾਂ ਵਾਹਿਗੁਰੂ ਜੀ ਸਾਡੀ ਵੀ ਇਸ ਦੁਨੀਆ ਵਿੱਚ ਸੰਭਾਲ ਕਰਨਗੇ ਅਤੇ ਸਾਡੇ ਸਵਾਸ ਛੱਡਣ ਤੋਂ ਬਾਅਦ ਵੀ ਸਾਨੂੰ ਆਪਣੇ ਸੱਚਖੰਡ ਵਿੱਚ ਥਾਂ ਬਖਸ਼ਣਗੇ। ਆਸ ਹੈ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਹੋਵੇਗੀ। ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।